ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਣਾ ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇਖ ਰਹੇ ਹੋ। ਦਰਸ਼ਕੋ, ਗੱਲਬਾਤ ਕਰਾਂਗੇ ਜੋ ਕਾਂਗਰਸ ਪਾਰਟੀ ਦਾ ਆਪਸੀ ਕਲੇਸ਼ ਹੈ, ਉਹਨੂੰ ਲੈ ਕੇ ਬੜੇ ਵੱਡੇ ਬਿਆਨ ਆਏ ਨੇ। ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਕਿਹਾ ਕਿ 78 ਵਿਧਾਇਕਾਂ ਨੇ ਲਿਖ ਕੇ ਦਿੱਤਾ ਸੀ ਪੰਜਾਬ ਦੇ ਐਮਐਲਏਸ ਨੇ ਕਿ ਪੰਜਾਬ ਦਾ ਸੀਐਮ ਬਦਲੋ। ਜੀ ਹਾਂ, ਕੈਪਟਨ ਅਮਰਿੰਦਰ ਸਿੰਘ ਨੂੰ ਬਦਲੋ। ਉਹਨਾਂ ਕਿਹਾ ਕਿ ਜੋ ਪੰਜਾਬ ਦਾ ਸੀਐਮ ਬਦਲਣ ਦਾ ਫੈਸਲਾ ਇਹ ਸ਼੍ਰੀਮਤੀ ਸੋਨੀਆ ਗਾਂਧੀ ਨੇ ਫੈਸਲਾ ਲਿਆ। ਇਸ ਤੇ ਮਸਲੇ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਜੀ ਨੇ। ਸਰ, ਤੁਹਾਡਾ ਸਵਾਗਤ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਭੰਗੂ ਸਾਹਿਬ। ਡਾਕਟਰ ਸਾਹਿਬ, ਕਾਫੀ ਦਿਨਾਂ ਤੋਂ ਕਾਂਗਰਸ ਦਾ ਕਲੇਸ਼ ਆਪਸ ਦੇ ਵਿੱਚ ਪਿਆ ਹੋਇਆ। ਇਸੇ ਮਸਲੇ ਤੇ ਪ੍ਰਤਾਪ ਸਿੰਘ ਬਾਜਵਾ ਵੀ ਬੋਲੇ ਨੇ। ਉਹ ਵੀ ਕਹਿੰਦੇ ਨੇ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪਾਰਟੀ ਛੱਡਣਾ ਚਾਹੁੰਦੇ ਨੇ ਤਾਂ ਪਾਰਟੀ ਛੱਡ ਸਕਦੇ ਨੇ। ਦੂਜੇ ਪਾਸੇ ਸੁਰਜੇਵਾਲਾ ਹੋਰਾਂ ਨੇ ਕਿਹਾ ਕਿ 78 ਵਿਧਾਇਕਾਂ ਨੇ, ਯਾਨੀ ਕਿ ਪੰਜਾਬ ਦੇ ਸਾਰੇ ਵਿਧਾਇਕਾਂ ਨੇ ਲਿਖ ਕੇ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਸੀਐਮ ਨਹੀਂ ਰਹਿਣੇ ਚਾਹੀਦੇ, ਪੰਜਾਬ ਦਾ ਸੀਐਮ ਬਦਲੋ। ਉਸ ਤੋਂ ਬਾਅਦ ਕੈਪਟਨ ਸਾਹਿਬ ਬਾਰੇ ਵਿਚਾਰ ਚਰਚਾ ਚੱਲਦੀ ਰਹੀ ਕਿ ਬੀਜੇਪੀ ਜਾ ਸਕਦੇ ਨੇ। ਉਹਨਾਂ ਦੀ ਮੁਲਾਕਾਤ ਨੇ ਚਰਚੇ ਛੇੜੇ। ਕੈਪਟਨ ਸਾਹਿਬ ਆਪ ਮੀਡੀਆ ਨੂੰ ਸੰਬੋਧਨ ਹੋਏ ਕਿ ਮੈਂ ਹੁਣ ਕਾਂਗਰਸ ਪਾਰਟੀ 'ਚ ਨਹੀਂ ਰਹਿਣਾ। ਕੀ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾਉਣਗੇ? ਜੀ ਭੰਗੂ ਸਾਹਿਬ, ਦੇਖੋ, ਜਦੋਂ ਅਸੀਂ ਇਸ ਵੇਲੇ ਪੰਜਾਬ ਦੀ ਕਾਂਗਰਸ ਦੀ ਹਾਲਤ ਦੇਖਦੇ ਹਾਂ ਤਾਂ ਬਹੁਤ ਹੀ ਖਸਤਾ ਹੋ ਚੁੱਕੀ ਹੈ। ਤੁਸੀਂ ਪਿਛਲੇ ਲੰਬੇ ਸਮੇਂ ਤੋਂ ਦੇਖੋਗੇ ਕਿ ਲਗਾਤਾਰ ਕਾਟੋ ਕਲੇਸ਼ ਜਿਹੜਾ ਹੈਗਾ ਪਿਆ ਹੋਇਆ ਹੈ, ਔਰ ਕਦੇ ਇੱਕ ਮੰਤਰੀ ਜਿਹੜਾ ਹੈਗਾ ਉਹ ਵਿਰੋਧ 'ਚ ਆ ਜਾਂਦਾ ਹੈ, ਕਦੇ ਦੂਜਾ ਮੰਤਰੀ ਆ ਜਾਂਦਾ ਹੈ, ਕਈ ਧੜੇ ਜਿਹੜੇ ਨੇ ਉਹਦੇ ਵਿੱਚ ਸ਼ਾਮਲ ਨੇ। ਸੋ ਇਸ ਕਰਕੇ ਆਪਸੀ ਕਾਟੋ ਕਲੇਸ਼ ਕਰਕੇ ਲਗਾਤਾਰ ਕੈਪਟਨ ਸਾਹਿਬ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਉਹ ਬਹੁਤ ਹੀ ਆਪਾਂ ਦੇਖ ਰਹੇ ਹਾਂ ਕਿ ਉਹਨਾਂ ਦਾ ਗ੍ਰਾਫ ਥੱਲੇ ਵੱਲ ਜਾ ਰਿਹਾ ਹੈ। ਔਰ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਪਾਸੇ ਉਹ ਕਹੀ ਜਾਂਦੇ ਨੇ ਕਿ ਮੈਂ ਪਾਰਟੀ ਛੱਡਾਂਗਾ, ਔਰ ਉਹ ਵੀ ਇਹ ਵੀ ਕਹਿ ਰਹੇ ਨੇ ਕਿ ਮੈਂ ਸ਼ਾਇਦ ਨਵੀਂ ਪਾਰਟੀ ਬਣਾ ਲਾਂ। ਇਹ ਵੀ ਉਹਨਾਂ ਦੀਆਂ ਕਿਆਸ ਰਾਈਆਂ ਨੇ। ਤੋਂ ਇਸ ਤੋਂ ਇਲਾਵਾ ਜਿਹੜੀ ਹੈਗਾ ਕਿ ਇਹ ਵੀ ਕਿਹਾ ਜਾ ਰਿਹਾ ਉਹਨਾਂ ਦੇ ਬਾਰੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਸੋ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਦੀ ਜਿਹੜੀ ਸਥਿਤੀ ਹੈ ਕੋਈ ਬਹੁਤੀ ਚੰਗੀ ਨਜ਼ਰ ਨਹੀਂ ਆ ਰਹੀ। ਉਹ ਕਈ ਜਿਹੜੇ ਨੇ ਭਰਮ ਭੁਲੇਖਿਆਂ ਦੇ ਵਿੱਚ ਜੀ ਰਹੇ ਨੇ। ਕਈ ਤਰ੍ਹਾਂ ਦੀਆਂ ਜਿਹੜੀਆਂ ਹੈਗੇ ਡਬਲ ਮਾਈਂਡਡ ਉਹਨਾਂ ਨੂੰ ਉਹ ਨਜ਼ਰ ਆ ਰਹੇ ਨੇ। ਸੋ ਜਿਵੇਂ ਸੁਰਜੇਵਾਲਾ ਜੀ ਨੇ ਕਿਹਾ ਹੈ, ਗੱਲ ਠੀਕ ਹੈ ਉਸ ਵੇਲੇ ਕਿ ਬਹੁਤ ਜਿਹੜੇ ਵੱਡਾ ਧੜਾ ਸੀਗਾ ਜਿਹਦੇ ਵਿੱਚ ਚਾਹੇ ਉਹ ਕੈਪਟਨ ਸਾਹਿਬ ਤੋਂ ਇਲਾਵਾ ਜਿਹੜਾ ਆਪਾਂ ਦੇਖਦੇ ਹਾਂ ਕਿ ਵੱਡੇ ਵੱਡੇ ਜਿਹਦੇ ਵਿੱਚ ਲੀਡਰ ਸੀਗੇ, ਚਾਹੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਹੋਣ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਸਾਹਿਬ ਹੋਣ, ਚੰਨੀ ਸਾਹਿਬ ਹੋਣ, ਸੁਖਜਿੰਦਰ ਰੰਧਾਵਾ ਜੀ ਹੋਣ, ਤ੍ਰਿਪਤ ਬਾਜਵਾ ਜੀ ਹੋਣ, ਇਹ ਸਾਰੇ ਮਿਲ ਕੇ ਹੀ ਗੱਲ ਕਹਿ ਰਹੇ ਸੀਗੇ ਕਿ ਛੇਤੀ ਤੋਂ ਛੇਤੀ ਕੈਪਟਨ ਸਾਹਿਬ ਨੂੰ ਉਹਨਾਂ ਦੀ ਗੱਦੀ ਤੋਂ ਲਾਇਆ ਜਾਏ। ਉਹਦਾ ਵੱਡਾ ਕਾਰਨ ਇਹ ਸੀਗਾ ਇਸ ਸਾਰੇ ਕਾਟੋ ਕਲੇਸ਼ ਦਾ ਕਿ 4.5 ਸਾਲਾਂ ਤੋਂ ਲਗਾਤਾਰ ਕੈਪਟਨ ਸਾਹਿਬ ਦੀ ਜਿਹੜੀ ਕਾਰਜਸ਼ੈਲੀ ਰਹੀ ਸੀਗੀ ਉਹ ਕੋਈ ਬਹੁਤੀ ਚੰਗੀ ਨਹੀਂ ਸੀ ਰਹੀ। ਨਾ ਤਾਂ ਉਹ ਕਿਸੇ ਵਿਧਾਇਕਾਂ ਨੂੰ ਮਿਲਦੇ ਸੀਗੇ, ਨਾ ਉਹ ਮੰਤਰੀਆਂ ਨੂੰ ਮਿਲਦੇ ਸੀਗੇ, ਨਾ ਕੋਈ ਆਮ ਵਲੰਟੀਅਰ ਨੂੰ ਮਿਲਦੇ ਸੀਗੇ। ਸੋ ਇਸ ਕਰਕੇ ਲਗਾਤਾਰ ਉਹਨਾਂ ਦਾ ਗ੍ਰਾਫ ਜਿਹੜਾ ਸੀਗਾ ਡਾਊਨ ਆਉਂਦਾ ਗਿਆ ਔਰ ਲੋਕਾਂ ਦੇ ਵਿੱਚ ਪਪੂਲੈਰਿਟੀ ਉਹਨਾਂ ਦੀ ਘਟਦੀ ਗਈ। ਔਰ ਤੁਸੀਂ ਨਤੀਜਾ ਕੀ ਦੇਖਿਆ? ਨਤੀਜਾ ਕਾਂਗਰਸ ਦੇ ਵਿੱਚ ਬਹੁਤ ਵੱਡੀ ਬਗਾਵਤ ਹੋਈ। ਸੋ ਇਸੇ ਚੀਜ਼ ਨੂੰ ਲੈ ਕੇ, ਇਸੇ ਬਗਾਵਤ ਨੂੰ ਲੈ ਕੇ ਸੁਰਜੇਵਾਲਾ ਜੀ ਨੇ ਬਿਆਨ ਦਿੱਤਾ ਹੈ ਕਿ ਜਿਹੜੀਆਂ ਗੱਲਾਂ ਉਹ ਕਹਿ ਰਹੇ ਸੀਗੇ ਕਿ ਮੈਨੂੰ ਪਤਾ ਨਹੀਂ ਕਿਉਂ ਗੱਦੀ ਤੋਂ ਉਤਾਰਿਆ ਗਿਆ, ਕਿਉਂ ਮੈਨੂੰ ਜਿਹੜਾ ਹੈਗਾ ਮੇਰੀ ਬੇਇੱਜ਼ਤੀ ਕੀਤੀ ਗਈ। ਇਹ ਕੋਈ ਇਦਾਂ ਦੀ ਗੱਲ ਨਹੀਂ ਸੀਗੀ ਕਿ ਉਹਨਾਂ ਦੀ ਬੇਇੱਜ਼ਤੀ ਕੋਈ ਆਪਣੇ ਆਪ ਕੋਈ ਡਿਕਟੇਟਰਸ਼ਿਪ ਦੇ ਰਾਹੀਂ ਕੀਤੀ ਗਈ। ਸੁਰਜੇਵਾਲਾ ਜੀ ਇਹੀ ਗੱਲ ਕਹਿਣਾ ਚਾਹੁੰਦੇ ਨੇ ਕਿ ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਕਿਉਂਕਿ 78 ਵਿਧਾਇਕ ਜਿਹੜੇ ਨੇ ਉਹ ਇਹ ਕਹਿ ਰਹੇ ਸੀਗੇ, ਮੰਗ ਕਰ ਰਹੇ ਸੀਗੇ, ਬਹੁਤ ਜ਼ੋਰ ਪਾ ਰਹੇ ਸੀਗੇ ਕਿ ਕੈਪਟਨ ਸਾਹਿਬ ਨੂੰ ਛੇਤੀ ਤੋਂ ਛੇਤੀ ਗੱਦੀ ਤੋਂ ਲਾਇਆ ਜਾਏ। ਉਹੀ ਗੱਲ ਉਹਨਾਂ ਨੇ ਕੈਪਟਨ ਸਾਹਿਬ ਨੂੰ ਸਮਝਾਉਣ ਦੀ ਕੀਤੀ ਹੈ। ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਰਾਵਤ ਸਾਹਿਬ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ, ਤੁਸੀਂ ਵਿਰੋਧੀ ਪਾਰਟੀਆਂ ਖਾਸ ਤੌਰ ਤੇ ਬੀਜੇਪੀ ਦੇ ਵਿੱਚ ਨਾ ਜਾਓ, ਤੁਸੀਂ ਇਦਾਂ ਦੇ ਜਿਹੜੇ ਨੇ ਲੋਕਾਂ ਨੂੰ ਨਾ ਮਿਲੋ, ਖਾਸ ਤੌਰ ਤੇ ਅਮਿਤ ਸ਼ਾਹ ਵਰਗੇ ਲੋਕਾਂ ਨੂੰ। ਉਹਨਾਂ ਨੇ ਕਿਹਾ ਕਿ ਇਦਾਂ ਦਾ ਮਿਲਣਾ ਇਹ ਲੱਗਦਾ ਹੈ ਕਿ ਤੁਸੀਂ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਕਾਫੀ ਮਿਹਣੋ ਮਿਹਣੀ ਰਾਵਤ ਜੀ ਔਰ ਕੈਪਟਨ ਸਾਹਿਬ ਉਹ ਵੀ ਹੁੰਦੇ ਰਹੇ ਨੇ। ਸੋ ਅਗਲਾ ਜਿਹੜਾ ਇਹ ਬਿਆਨ ਆ ਰਿਹਾ ਹੈ ਇਹ ਉਹਨਾਂ ਨੂੰ ਨਸੀਹਤ ਦੇਣ ਦੇ ਲਈ ਆ ਰਿਹਾ ਹੈ। ਸੋ ਹੁਣ ਸਮਾਂ ਦੱਸੇਗਾ ਕਿ ਕੈਪਟਨ ਸਾਹਿਬ ਇਹਦਾ ਜਿਹੜਾ ਜਵਾਬ ਹੈ ਉਹ ਕਿਵੇਂ ਦਿੰਦੇ ਆ। ਭੰਗੂ ਸਾਹਿਬ, ਡਾਕਟਰ ਸਾਹਿਬ, 78 ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ 78 ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲਿਖ ਕੇ ਦਿੱਤਾ ਕਿ ਪੰਜਾਬ ਦਾ ਸੀਐਮ ਬਦਲਣਾ ਚਾਹੀਦਾ। ਤਾਂ 78 ਵਿਧਾਇਕ ਤਾਂ ਸਾਰੇ ਹੀ 78 ਨੇ ਟੋਟਲ ਪੰਜਾਬ ਦੇ, ਤਾਂ ਉਹਨਾਂ 'ਚ ਤਾਂ ਕਿੰਨੇ ਹੈਗੇ ਨੇ ਜੋ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਨੇ? ਤੁਸੀਂ ਦੇਖੋ ਕਿੰਨੇ ਮੰਤਰੀ ਬਣੇ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਨੇ। ਉਹਨਾਂ ਨੇ ਫਿਰ ਲਿਖ ਕੇ ਦੇਤਾ ਕੈਪਟਨ ਅਮਰਿੰਦਰ ਸਿੰਘ ਬਾਰੇ। ਉਹ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਕਹੀਆਂ ਸੱਜੀ ਬਾਹਾਂ ਨੇ। ਜੀ ਬਿਲਕੁਲ ਬਿਲਕੁਲ। ਇਸ ਵੇਲੇ ਦੇਖੋ, ਜਿੱਥੋਂ ਤੱਕ ਗਿਣਤੀ ਦੀ ਗੱਲ ਹੈ
ਗਿਣਤੀ ਦੇ ਵਿੱਚ ਹੋ ਸਕਦਾ ਭੁਲੇਖਾ ਪੈ ਸਕਦਾ ਹੈ, ਜਾਂ ਉਹਨਾਂ ਦੇ ਬਿਆਨ ਦੇਣ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਸਾਬਕਾ ਵਿਧਾਇਕ ਨੇ ਜਾਂ ਜਿਵੇਂ ਪੁਰਾਣੇ ਲੀਡਰ ਨੇ, ਮੰਨ ਲਓ ਬਹੁਤ ਸਾਰੇ ਜਿਹੜੇ ਵਿਧਾਇਕ ਇਦਾਂ ਦੇ ਵੀ ਨੇ ਜਿਹੜੇ ਕਿ ਸਾਬਕਾ ਹੋ ਚੁੱਕੇ ਨੇ, ਪੁਰਾਣੇ ਇਹਨਾਂ ਦੇ ਹੈ, ਉਹ ਕਾਂਗਰਸ ਦੇ ਨੇ ਹੈ, ਪਰ ਉਹ ਸਾਬਕਾ ਹੋਣ ਕਰਕੇ ਉਹਨਾਂ ਦੀ ਗਿਣਤੀ ਵੀ ਜਿਹੜੀ ਹੈਗੀ ਹੈ ਨਾਲ ਸ਼ਾਮਲ ਕਰ ਲਈ ਜਾਵੇ, ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਲੱਗਦੀਆਂ ਨੇ। ਪਰ ਕਿਉਂਕਿ ਮੀਟਿੰਗਾਂ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੇ ਦਿਨਾਂ ਦੇ ਵਿੱਚ ਜਦੋਂ ਖੜਕੇ ਕਮੇਟੀ ਬਣੀ ਸੀਗੀ ਤਾਂ ਉਸ ਵੇਲੇ ਕੱਲੇ ਲੀਡਰ ਨੂੰ ਪੁੱਛਿਆ ਗਿਆ ਸੀਗਾ, ਚਾਹੇ ਉਹ ਮੌਜੂਦਾ ਵਿਧਾਇਕ ਹੋਣ, ਚਾਹੇ ਕੋਈ ਪੁਰਾਣੇ ਵਿਧਾਇਕ ਹੋਣ, ਚਾਹੇ ਕੋਈ ਨਵੇਂ ਜਿਹੜੇ ਨੇ ਆਮ ਵਲੰਟੀਅਰ ਹੋਣ, ਸਾਰਿਆਂ ਨੂੰ ਪੁੱਛ ਕੇ ਜਿਹੜਾ ਹੈਗਾ ਗੱਲ ਕੀਤੀ ਗਈ ਸੀਗੀ। ਔਰ ਉੱਥੋਂ ਵੀ ਨਤੀਜਾ ਹੀ ਸਾਹਮਣੇ ਆਇਆ ਸੀਗਾ ਕਿ ਬਹੁਤੀ ਜਿਹੜੀ ਜਨਤਾ ਹੈ, ਬਹੁਤੇ ਲੋਕ ਨੇ, ਬਹੁਤਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਗਿਣਤੀ ਹੈ ਉਹ ਕੈਪਟਨ ਸਾਹਿਬ ਨੂੰ ਲਾਹੁਣ ਦੇ ਹੱਕ ਦੇ ਵਿੱਚ ਸੀ। ਹਾਂ, ਹਾਲਾਂਕਿ ਕੈਪਟਨ ਸਾਹਿਬ ਦਾ ਆਪਣਾ ਧੜਾ ਵੀ ਉਸ ਵੇਲੇ ਮੌਜੂਦ ਸੀਗਾ, ਪਰ ਉਹਦੇ ਵਿੱਚ ਘੱਟ ਗਿਣਤੀ ਹੋਣ ਕਰਕੇ ਉਸ ਵੇਲੇ ਜਿਹੜਾ ਹੈਗਾ ਨੁਕਸਾਨ ਉਸ ਦਾ ਕੈਪਟਨ ਸਾਹਿਬ ਨੂੰ ਹੋਇਆ। ਔਰ ਵੱਡਾ ਧੜਾ ਜਿਹੜਾ ਸੀਗਾ ਕਾਂਗਰਸ ਦਾ ਉਹ ਜ਼ਿਆਦਾ ਸੋਨੀਆ ਜੀ ਵੱਲ ਸੀਗਾ, ਜਾਂ ਨਵਜੋਤ ਸਿੰਘ ਸਿੱਧੂ ਧੜੇ ਵੱਲ ਸੀਗਾ, ਜਾਂ ਆਪਾਂ ਕਹਿ ਸਕਦੇ ਹਾਂ ਕਿ ਰਾਹੁਲ ਜੀ ਜੋ ਚਾਹੁੰਦੇ ਸੀਗੇ ਉਸ ਵੇਲੇ ਉਹਨਾਂ ਦੇ ਵੱਲ ਸੀਗਾ। ਸੋ ਉਹਦਾ ਨੁਕਸਾਨ ਜਿਹੜਾ ਹੈਗਾ ਕੈਪਟਨ ਸਾਹਿਬ ਨੂੰ ਹੋਇਆ ਹੈ। ਸੋ ਇਸ ਕਰਕੇ ਗਿਣਤੀ ਦੀ ਜਿਹੜੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੌਜੂਦਾ ਵਿਧਾਇਕ ਜਿਹੜੇ ਨੇ, ਉਹਨਾਂ ਨੇ ਕਿਹਾ ਕਿ 78 ਵਿਧਾਇਕ ਉਹ ਸਾਬਕਾ ਵੀ ਹੋ ਸਕਦੇ ਆ। ਸੋ ਇਸ ਕਰਕੇ ਇਹਦੀ ਗਿਣਤੀ ਦੇ ਵਿੱਚ ਆਪਾਂ ਜਿਹੜਾ ਹੈਗਾ ਨਹੀਂ ਜਾ ਸਕਦੇ। ਪਰ ਕੁੱਲ ਮਿਲਾ ਕੇ ਗੱਲ ਇਹ ਸਮਝ ਆਉਂਦੀ ਹੈ ਕਿ ਜ਼ਿਆਦਾਤਰ ਵਿਧਾਇਕ ਜਿਹੜੇ ਸੀਗੇ ਉਹ ਕੈਪਟਨ ਸਾਹਿਬ ਨੂੰ ਲਾਹੁਣ ਦੇ ਪੱਖ ਦੇ ਵਿੱਚ ਸੀਗੇ। ਇਹੀ ਸੁਰਜੇਵਾਲਾ ਜੀ ਕਹਿਣਾ ਚਾਹੁੰਦੇ ਨੇ ਆਪਣਾ ਪੰਗੂ ਸਾਹਿਬ ਜੀ। ਡਾਕਟਰ ਸਾਹਿਬ, ਕੀ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਸਿਆਸੀ ਚਾਲ ਚੱਲ ਦਿੱਤੀ? ਕੀ ਕੈਪਟਨ ਅਮਰਿੰਦਰ ਸਿੰਘ ਦੇ ਕੋਈ ਫੈਸਲਾ ਲੈਣ ਦੇ ਸਮਰੱਥ ਖੁਦ ਹੈਗੇ ਨੇ ਉਹ ਕਿ ਮੈਂ ਕਿਸ ਪਾਰਟੀ ਦੇ ਵਿੱਚ ਜਾਣਾ, ਮੈਂ ਆਪਣੀ ਸਿਆਸੀ ਪਾਰੀ ਦੀ ਜੋ ਸ਼ੁਰੂਆਤ ਕਰਨੀ ਹੈ ਉਹ ਸ਼ੁਰੂਆਤ ਮੈਂ ਕਿੱਥੋਂ ਕਰਨੀ ਹੈ? ਕੀ ਕੈਪਟਨ ਅਮਰਿੰਦਰ ਸਿੰਘ ਹੁਣ ਕਹਿ ਸਕਦੇ ਹਾਂ ਆਪਾਂ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਅਲੱਗ ਦਿੱਖ ਦੇ ਵਿੱਚ ਨਜ਼ਰ ਆਉਣਗੇ, ਕਾਂਗਰਸ ਦੀ ਦਿੱਖ ਤੋਂ ਹਟ ਕੇ ਉਹ? ਪੰਗੂ ਸਾਹਿਬ ਦੇਖੋ, ਜਿਸ ਕਿਸਮ ਦੀ ਗੱਲ ਆਪਾਂ ਕਹਿ ਰਹੇ ਹਾਂ ਕਿ ਇਸ ਵੇਲੇ ਕੈਪਟਨ ਸਾਹਿਬ ਦੇ ਵਿੱਚ ਹੋਣੀ ਚਾਹੀਦੀ ਸੀਗੀ ਉਹ ਨਹੀਂ ਹੈ। ਆਪਾਂ ਸ਼ਾਇਦ ਆਪਾਂ ਨੂੰ 17 ਵਾਲਾ ਸਮਾਂ ਯਾਦ ਆਉਂਦਾ ਹੈ ਜਦੋਂ ਕੈਪਟਨ ਸਾਹਿਬ ਨੂੰ ਲੋਕ ਪਸੰਦ ਕਰਦੇ ਸੀਗੇ। ਉਸ ਤੋਂ ਬਾਅਦ 19 ਦੇ ਵਿੱਚ ਵੀ ਜਿਹੜਾ ਸੀਗਾ ਲੋਕਾਂ ਨੂੰ ਉਮੀਦ ਸੀਗੇ ਕਿ ਸ਼ਾਇਦ ਕੈਪਟਨ ਸਾਹਿਬ ਦੇ ਵਿੱਚ ਉਹ ਜਿਹੜਾ 2002 ਔਰ 7 ਵਾਲੀ ਪਾਰੀ ਹੈ ਉਹ ਸ਼ਾਇਦ ਉਸੇ ਤਰ੍ਹਾਂ ਦੀ ਪਾਰੀ ਉਹ ਖੇਡ ਸਕਦੇ ਆ। ਪਰ ਉਹਨਾਂ ਨੇ ਆਪਣੀ, ਚਾਹੇ ਇਹਨੂੰ ਉਮਰ ਦਰਾਜ਼ ਕਹਿ ਲਓ ਜਾਂ ਕੋਈ ਹੋਰ ਵੱਡੇ ਕਾਰਨ ਹੋ ਸਕਦੇ ਨੇ, ਜਿਨ੍ਹਾਂ ਕਰਕੇ ਉਹਨਾਂ ਦੀ ਜਿਹੜੀ ਇਹ ਪਾਰੀ ਹੈ ਉਹ ਬਹੁਤੀ ਲੋਕਾਂ ਨੇ ਪਸੰਦ ਨਹੀਂ ਕੀਤੀ। ਪੰਜਾਬ ਦੇ ਲੋਕਾਂ ਨੇ ਖਾਸ ਤੌਰ ਤੇ ਉਹਨੂੰ ਬਿਲਕੁਲ ਉਹਨਾਂ ਨੇ ਇਹ ਕਿਹਾ ਕਿ ਸਾਰੇ ਵੱਡੇ ਵੱਡੇ ਵਾਅਦੇ ਕਰਕੇ ਉਹ ਮੁੱਕਰ ਗਏ। ਸੋ ਉਹਦੇ ਉੱਤੋਂ ਨਤੀਜਾ ਇਹੀ ਕੱਢਿਆ ਜਾ ਸਕਦਾ ਹੈ ਕਿ ਕੈਪਟਨ ਸਾਹਿਬ ਇਸ ਵੇਲੇ ਚੁਰਾਹੇ 'ਚ ਆ ਕੇ ਖੜ ਗਏ ਨੇ। ਇੱਕ ਪਾਸੇ ਉਹਨਾਂ ਦਾ ਰਸਤਾ ਜਿਹੜਾ ਹੈਗਾ ਕਾਂਗਰਸ ਦੇ ਵਿੱਚ ਹੈ ਕਿ ਕਾਂਗਰਸ ਦੇ ਵਿੱਚ ਰਹਿ ਕੇ ਉਹ ਲੜਾਈ ਲੜ ਸਕਦੇ ਆ। ਦੂਜਾ ਰਸਤਾ ਉਹ ਕਹਿੰਦੇ ਕਿ ਬੀਜੇਪੀ ਦੇ ਵਿੱਚ ਜਾ ਸਕਦੇ ਨੇ। ਤੀਜਾ ਰਸਤਾ ਉਹ ਇਹ ਚਾਹ ਰਹੇ ਨੇ ਕਿ ਮੈਂ ਨਵੀਂ ਪਾਰਟੀ ਦਾ ਆਗਾਜ਼ ਕਰਨਾ। ਚੌਥਾ ਰਸਤਾ ਉਹ ਇਹ ਕਹਿ ਰਹੇ ਨੇ ਕਿ ਕੋਈ ਤੀਜਾ ਫਰੰਟ ਬਣਾ ਕੇ ਜਾਂ ਕਿਸੇ ਨਾਲ ਸਮਝੌਤੇ ਕਰਕੇ ਅਸੀਂ ਜਿਹੜੀ ਹੈਗੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਕੋਈ ਨਵੀਂ ਲਹਿਰ ਪੈਦਾ ਕਰ ਦਈਏ। ਪਰ ਆਪਾਂ ਇਹ ਚਾਰੇ ਜਿਹੜੇ ਰਸਤੇ ਨੇ ਇਹਦੇ ਵਿੱਚ ਕੈਪਟਨ ਸਾਹਿਬ ਦਾ ਕੁਝ ਨਹੀਂ ਵੱਟੀ ਦਾ। ਚਾਹੇ ਉਹ ਨਵੀਂ ਪਾਰਟੀ ਬੁਲਾ ਲੈਣ ਤਾਂ ਵੀ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਸਮਾਂ ਬਹੁਤ ਘੱਟ ਹੈ। 6 ਮਹੀਨਿਆਂ 'ਚ 5 ਮਹੀਨਿਆਂ 'ਚ ਤੁਸੀਂ ਨਵੀਂ ਪਾਰਟੀ ਬਣਾ ਕੇ ਸੱਤਾ ਹਾਸਲ ਨਹੀਂ ਕਰ ਸਕਦੇ। ਤੁਸੀਂ ਜਿਹੜਾ ਹੈਗਾ ਆਪਣੀਆਂ ਜ਼ਮਾਨਤਾਂ ਹੀ ਜ਼ਬਤ ਕਰਾਓਗੇ। ਇਸੇ ਤਰ੍ਹਾਂ ਬੀਜੇਪੀ ਵਾਲੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਮੂੰਹ ਲਾਉਣਗੇ, ਕਿਉਂਕਿ ਬੀਜੇਪੀ ਦੇ ਆਪਣੇ ਨਿਯਮ ਔਰ ਕਾਨੂੰਨ ਨੇ। ਉਹ ਘੱਟੋ ਘੱਟ 75 ਸਾਲਾਂ ਤੋਂ ਵੱਧ ਵਾਲੇ ਲੀਡਰ ਨੂੰ ਜਿਹੜੀ ਸਰਗਰਮੀ ਵਾਲੀ ਸਿਆਸਤ ਹੈ ਉਹ ਉਹਦੇ 'ਚ ਸ਼ਾਮਲ ਨਹੀਂ ਕਰਵਾਉਂਦੇ। ਇਸੇ ਤਰ੍ਹਾਂ ਜਦੋਂ ਤੁਸੀਂ ਕਹਿੰਦੇ ਹੋ ਕਿ ਕਿਸੇ ਹੋਰ ਪੰਜਾਬ ਦੀ ਪਾਰਟੀ ਚਲੇ ਜਾਣਗੇ, ਉਹ ਵੀ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ। ਚੌਥਾ ਆਖਰੀ ਰਹਿ ਜਾਂਦਾ ਹੈ ਕਿ ਕੈਪਟਨ ਸਾਹਿਬ ਕਾਂਗਰਸ ਦੇ ਵਿੱਚ ਰਹਿ ਕੇ ਲੜਨਗੇ। ਉਹ ਵੀ ਕੋਈ ਬਹੁਤਾ ਮੈਨੂੰ ਨਹੀਂ ਲੱਗਦਾ ਕਿ ਹੁਣ ਇਸ ਵੇਲੇ ਕੋਈ ਸਥਿਤੀ ਉਹ ਲੱਗਦੀ ਹੈ। ਪਰ ਹੁਣ ਜਿਹੜਾ ਹੈਗਾ ਅਗਲਾ ਸਵਾਲ ਹੈ ਕਿ ਫਿਰ ਕਰਨ ਕੀ? ਅਸਲੀ ਜਿਹੜਾ ਸਾਨੂੰ ਪੁੱਛਣਾ ਚਾਹੀਦਾ ਹੈ ਕਿ ਕੈਪਟਨ ਸਾਹਿਬ ਨੂੰ ਹੁਣ ਕੀ ਕਰਨਾ ਚਾਹੀਦਾ ਹੈ। ਤਾਂ ਅਸੀਂ ਇਹੀ ਸੁਝਾਅ ਦੇਵਾਂਗੇ ਕਿ ਕੈਪਟਨ ਸਾਹਿਬ, ਕਿਉਂਕਿ ਹੁਣ ਉਮਰ ਦਰਾਜ਼ ਨੇ, ਉਹਨਾਂ ਦੀ ਸਿਆਸੀ ਪਾਰੀ ਖਤਮ ਹੋ ਚੁੱਕੀ ਹੈ। ਉਹ 17 ਦੇ ਵਿੱਚ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਮੇਰੀਆਂ ਇਹ ਆਖਰੀ ਚੋਣਾਂ ਨੇ, ਇਸ ਤੋਂ ਬਾਅਦ ਮੈਂ ਜਿਹੜਾ ਹੈਗਾ ਸਿਆਸਤ ਤੋਂ ਸੰਨਿਆਸ ਲਵਾਂਗਾ। ਉਹ ਖੁਦ ਕਹਿ ਚੁੱਕੇ ਨੇ ਔਰ ਲੋਕਾਂ ਨੂੰ ਇਹ ਗੱਲ ਦਾ ਪਤਾ ਹੈ ਕਿ ਜੇਕਰ ਉਹ ਹੁਣ ਸਿਆਸਤ ਦੇ ਵਿੱਚ ਆਉਂਦੇ ਨੇ ਤਾਂ ਬਹੁਤਾ ਰਿਜ਼ਲਟ ਉਹਦਾ ਕੋਈ ਵਧੀਆ ਰਿਜ਼ਲਟ ਨਹੀਂ ਨਿਕਲਣ ਵਾਲਾ। ਇਸ ਕਰਕੇ ਕੈਪਟਨ ਸਾਹਿਬ ਨੂੰ ਰੈਸਟ ਕਰਨੀ ਚਾਹੀਦੀ ਹੈ ਔਰ ਆਪਣੇ ਫਾਰਮ ਹਾਊਸ ਦੇ ਉੱਤੇ 4.5 ਸਾਲ ਤੋਂ ਉਹ ਰਹਿ ਰਹੇ ਨੇ।
ਉੱਥੇ ਰਹਿ ਕੇ ਹੀ ਆਪਣੇ ਦੋਸਤਾਂ ਮਿੱਤਰਾਂ ਨਾਲ ਇੰਜੋਏ ਕਰਨਾ ਚਾਹੀਦਾ ਹੈ। ਅਗਲੀ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਉਹ ਇਦਾਂ ਹੀ ਬੁਢਾਪੇ ਦੇ ਵਿੱਚ ਖੂਬਸੂਰਤੀ ਦੇ ਨਾਲ ਬਿਤਾਉਣੀ ਚਾਹੀਦੀ ਹੈ। ਇਹੀ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਇਸੇ ਦੇ ਵਿੱਚ ਹੀ ਫਾਇਦਾ ਹੈ। ਉਹਨਾਂ ਨੂੰ ਪੜ੍ਹਨਾ ਚਾਹੀਦਾ, ਲਿਖਣਾ ਚਾਹੀਦਾ ਹੈ। ਉਹ ਇੱਕ ਤਰ੍ਹਾਂ ਦੇ ਵੱਡੇ ਹਿਸਟੋਰੀਅਨ ਆਪਣੇ ਆਪ ਨੂੰ ਪੇਸ਼ ਕਰਦੇ ਆ ਔਰ ਹਿਸਟਰੀ ਬਾਰੇ ਜਿਹੜੀਆਂ ਉਹਨਾਂ ਨੇ ਕਿਤਾਬਾਂ ਜੇ ਉਹ ਲਿਖਣੀਆਂ ਚਾਹੁੰਦੇ ਨੇ, ਹੋਰ ਆਪਣੀਆਂ ਯਾਦਾਂ ਲਿਖਣੀਆਂ ਚਾਹੁੰਦੇ ਨੇ, ਆਪਣੀਆਂ ਕੋਈ ਆਟੋਬਾਇਓਗ੍ਰਾਫੀ ਲਿਖਣਾ ਚਾਹੁੰਦੇ ਨੇ, ਤਾਂ ਉਸ ਕਿਸਮ ਦੀ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ, ਨਾ ਕਿ ਸਿਆਸਤ ਵਿੱਚ ਆ ਕੇ। ਕਿਉਂਕਿ ਹੁਣ ਨਵੀਂ ਸਿਆਸਤ ਜਿਹੜੀ ਹੈਗੀ ਹੈ ਇਹ ਬਹੁਤ ਬਦਲ ਚੁੱਕੀ ਹੈ 17 ਤੋਂ ਜਾਂ 19 ਤੋਂ। ਜਦੋਂ ਅਸੀਂ ਅੱਜ ਦੇਖਦੇ ਹਾਂ, ਅੱਜ ਦਾ ਪੰਜਾਬ ਬਹੁਤ ਅੱਗੇ ਲੰਘ ਚੁੱਕਿਆ ਹੈ। ਇਸ ਤਰ੍ਹਾਂ ਦੀ ਜਿਹੜੀ ਸਿਆਸਤ ਨੂੰ ਜਿਸ ਕਿਸਮ ਦੀ ਸਿਆਸਤ ਉਹ ਕੀਤੀ ਆ ਉਹਨਾਂ ਨੇ, ਉਹ ਕਰਨਾ ਚਾਹੁੰਦੇ ਨੇ, ਉਦਾਂ ਦੀ ਸਿਆਸਤ ਨੂੰ ਪੰਜਾਬ ਦੇ ਲੋਕ ਕਦੇ ਵੀ ਪਸੰਦ ਨਹੀਂ ਕਰਨਗੇ। ਭੰਗੂ ਸਾਹਿਬ ਜੀ ਡਾਕਟਰ ਸਾਹਿਬ, ਤੁਹਾਡੇ ਕੋਲੋਂ ਮੈਂ ਇੱਕ ਗੱਲ ਸਮਝਣੀ ਚਾਹੁੰਦਾ। ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇਤਾ, ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਸਭ ਆਪਣੇ ਸਾਹਮਣੇ ਹੈ। ਅਸਤੀਫਾ ਦੇਣ ਤੋਂ ਬਾਅਦ ਕਈ ਲੀਡਰ ਖਿਲਾਫ ਬੋਲੇ ਨਵਜੋਤ ਸਿੰਘ ਸਿੱਧੂ ਦੇ, ਖਾਸ ਕਰਕੇ ਰਵਨੀਤ ਬਿੱਟੂ ਜਦੋਂ ਮੀਡੀਆ ਨੂੰ ਸੰਬੋਧਨ ਹੁੰਦੇ ਸੀ ਤਾਂ ਉਹ ਵਰਤਾਰਾ ਜੋ ਸੀ ਆਪਾਂ ਨੇ ਸਭ ਨੇ ਉਹ ਦੇਖਿਆ। ਹੁਣ ਜਦੋਂ ਫਿਰ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਵਿੱਚ ਜਿਵੇਂ ਕਹਿੰਦੇ ਨੇ ਕਿ ਮੈਂ ਪ੍ਰਿਯੰਕਾ ਤੇ ਰਾਹੁਲ ਦੇ ਨਾਲ ਆ, ਪੰਜਾਬ ਦੇ ਵਿੱਚ ਵਰਕ ਕਰਨਗੇ ਕਾਂਗਰਸ ਪਾਰਟੀ ਦੇ ਵਿੱਚ, ਨਾ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਹੋਰੀ ਹੋ ਗਏ ਹੋਰ, ਜੋ ਆਪਸੀ ਖਾਨਾ ਜੰਗੀ ਬਣੀ ਹੋਈ ਹੈ, ਤਾਂ ਫਿਰ ਆਪਸੀ ਤਾਲਮੇਲ ਦੇ ਵਿੱਚ ਇਹ ਚੱਲਣਗੇ ਕਿਵੇਂ? ਭੰਗੂ ਸਾਹਿਬ ਦੇਖੋ, ਜਿੱਥੋਂ ਤੱਕ ਰਵਨੀਤ ਬਿੱਟੂ ਜੀ ਦਾ ਸੰਬੰਧ ਹੈ, ਉਹਨਾਂ ਨੇ ਕਦੇ ਵੀ ਨਵਜੋਤ ਸਿੰਘ ਸਿੱਧੂ ਦੇ ਪੱਖ 'ਚ ਇੱਕ ਵੀ ਬਿਆਨ ਨਹੀਂ ਦਿੱਤਾ। ਤੁਸੀਂ ਕਦੇ ਲਗਾਤਾਰ ਉਹਨਾਂ ਦੇ ਪਿਛਲੇ ਦਿਨਾਂ ਦੇ ਬਿਆਨ ਦੇਖ ਲਓ, ਲਗਾਤਾਰ ਉਹ ਵਿਰੋਧ ਦੇ ਵਿੱਚ ਹੀ ਬਿਆਨ ਦਿੰਦੇ ਨਜ਼ਰ ਆਏ ਨੇ। ਸੋ ਹੁਣ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਭਾਈ ਜਿਹੜਾ ਹੈਗਾ ਇਹਨਾਂ ਨੇ ਡਿਸਪਲਿਨ ਤੋੜਿਆ ਹੈ ਜਾਂ ਇਦਾਂ ਦੀ ਅਸਤੀਫਾ ਕਿਉਂ ਦਿੱਤਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਪਾਰਟੀ ਦੇ ਵਿੱਚ, ਖਾਸ ਤੌਰ ਤੇ ਕਾਂਗਰਸ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀ ਖਾਨਾ ਜੰਗੀ ਜਿਹੜੀ ਹੈਗੀ ਹੈ ਲਗਾਤਾਰ ਵੱਧ ਰਹੀ ਹੈ। ਇੱਕ ਪਾਸੇ ਰਵਨੀਤ ਸਿੰਘ ਬਿੱਟੂ ਜੀ ਦਾ ਜਿਹੜਾ ਹੈਗਾ ਗਰੁੱਪ ਹੈ, ਦੂਜੇ ਪਾਸੇ ਤੁਸੀਂ ਦੇਖੋਗੇ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਆਪਣਾ ਵੱਖਰਾ ਗਰੁੱਪ ਹੈ, ਦੁੱਲੋ ਸਾਹਿਬ ਦਾ ਵੱਖਰਾ ਹੈ, ਔਰ ਸੁਖਜਿੰਦਰ ਰੰਧਾਵਾ ਜੀ, ਤ੍ਰਿਪਤ ਰਜਿੰਦਰ ਬਾਜਵਾ, ਸੁਖ ਸਰਕਾਰੀਆ ਜੀ ਦਾ ਵੱਖਰਾ ਗਰੁੱਪ ਹੈ। ਸੋ ਭੰਗੂ ਸਾਹਿਬ ਇਸ ਵੇਲੇ ਕਾਂਗਰਸ ਨੂੰ ਇਹੀ ਲੋੜ ਹੈ ਕਿ ਰਵਨੀਤ ਸਿੰਘ ਬਿੱਟੂ ਜੀ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਬਿਆਨ ਦੇ ਕੇ ਪਾਰਟੀ ਦੇ ਵਿੱਚ ਇਹ ਕੋਸ਼ਿਸ਼ ਦਿਖਾਉਣ ਦੀ ਨਾ ਕਰਨ ਕਿ ਪਾਰਟੀ ਵੰਡੀ ਹੋਈ ਹੈ। ਸੋ ਇਸ ਕਰਕੇ, ਕਿਉਂਕਿ ਚੋਣਾਂ ਬਹੁਤ ਸਿਰ ਤੇ ਨੇ, ਸੋ ਪਾਰਟੀ ਦੇ ਸਾਰੇ ਨੁਮਾਇੰਦਿਆਂ ਨੂੰ ਇਸ ਵੇਲੇ ਇਹੀ ਲੋੜ ਹੈ ਕਿ ਇੱਕ ਮੁੱਠਤਾ ਜਿੰਨਾ ਦਿਖਾਉਣਗੇ ਉਹਨਾਂ ਹੀ ਲੋਕਾਂ ਦੇ ਵਿੱਚ ਚੰਗਾ ਸੰਦੇਸ਼ ਜਾਏਗਾ। ਸੋ ਸਾਰਿਆਂ ਨੂੰ ਮਿਲ ਕੇ ਹੀ ਜਿਹੜਾ ਹੈਗਾ ਇਸ ਵੇਲੇ ਰਹਿਣਾ ਚਾਹੀਦਾ, ਔਰ ਇੱਕ ਦੂਜੇ ਦੇ ਦੋਸ਼ ਜਿਹੜੇ ਲਾਉਣੇ, ਇਹਦੇ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਭੰਗੂ ਸਾਹਿਬ ਡਾਕਟਰ ਸਾਹਿਬ, ਮੇਰਾ ਇੱਕ ਆਖਰੀ ਸਵਾਲ, ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਐਕਟਿਵ ਬੜੇ ਨੇ, ਜੋ ਰੇਲਵੇ ਟਰੈਕ ਤੇ ਕਿਸਾਨ ਬੈਠੇ ਸੀ ਉਹਨਾਂ ਦੇ ਪਰਚੇ ਪਾਏ ਗਏ ਸੀ, ਉਹ ਕੇਸ ਉਹਨਾਂ ਨੇ ਰੱਦ ਕਰਤੇ, ਕਹਿੰਦੇ ਕੇਸ ਅਸੀਂ ਵਾਪਸ ਲੈ ਲਏ। ਉਹ ਤੇ ਪੰਜਾਬ ਦੀ ਜਨਤਾ ਕਹਿੰਦੀ ਕਿ ਵੀ ਚਲੋ ਅੱਛਾ ਕੰਮ ਹੈ, ਬਹੁਤ ਵਧੀਆ ਕੰਮ ਕੀਤਾ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਕੰਮ ਕਰਨਾ ਬਣਦਾ ਸੀ ਪਹਿਲਾਂ, ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਨਹੀਂ। ਪੰਜਾਬ ਦੀ ਜਨਤਾ ਫੇਸਬੁੱਕ ਤੇ ਇਹ ਗੱਲ ਲਿਖ ਰਹੀ ਹੈ ਜੀ। ਬਿਲਕੁਲ, ਦੇਖੋ 4.5 ਸਾਲ ਹੋ ਗਏ, ਆਪਾਂ ਨੂੰ ਪਹਿਲਾਂ ਵੀ ਦੱਸਿਆ ਹੈ ਕਿ ਕੈਪਟਨ ਸਾਹਿਬ ਦੀ ਜਿਹੜੀ ਕਾਰਜਸ਼ੈਲੀ ਰਹੀ ਹੈ ਉਹ ਬਹੁਤ ਹੀ ਵਧੀਆ ਨਹੀਂ ਰਹੀ। ਔਰ ਇਹੀ ਗੱਲ ਆਪਾਂ ਜਦੋਂ ਕਿਸਾਨਾਂ ਦੇ ਸੰਘਰਸ਼ ਬਾਰੇ ਦੇਖਦੇ ਹਾਂ ਤਾਂ ਇਹੀ ਜਿਹੜੀ ਮੋਦੀ ਸਾਹਿਬ ਵੀ ਗੱਲ ਇਹੀ ਕਹਿ ਰਹੇ ਨੇ ਕਿ ਇਹ ਸਾਰੀਆਂ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਇਹ ਕਿਤੇ ਨਾ ਕਿਤੇ ਉਸ ਵੇਲੇ ਮਿਲੀਆਂ ਹੋਈਆਂ ਸੀ, ਕਿਉਂਕਿ ਜਦੋਂ ਇਹ 3 ਕਾਲੇ ਕਾਨੂੰਨ ਬਣ ਰਹੇ ਸੀ ਤਾਂ ਉਸ ਵੇਲੇ, ਉਸ ਤੋਂ ਪਹਿਲਾਂ ਖਾਸ ਤੌਰ ਤੇ ਕੈਪਟਨ ਸਾਹਿਬ ਨੂੰ ਔਰ ਮਨਪ੍ਰੀਤ ਬਾਦਲ ਨੂੰ ਬੁਲਾਇਆ ਗਿਆ ਸੀਗਾ ਔਰ ਉਹਨਾਂ ਮੀਟਿੰਗਾਂ ਦੇ ਵਿੱਚ ਇਹ ਸ਼ਾਮਲ ਹੁੰਦੇ ਰਹੇ ਨੇ। ਇਸੇ ਤਰ੍ਹਾਂ ਅਕਾਲੀ ਦਲ ਵੀ ਜਿਹੜਾ ਹੈਗਾ ਉਸ ਵੇਲੇ ਬੀਜੇਪੀ ਦਾ ਭਾਈਵਾਲ ਰਿਹਾ ਹੈ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਕੈਪਟਨ ਸਾਹਿਬ ਦੀ ਜਿਹੜੀ ਕਿਸਾਨਾਂ ਪ੍ਰਤੀ ਹੇਜ ਹੈ, ਜਿਹੜਾ ਉਹ ਦਿਖਾ ਰਹੇ ਨੇ ਕਿ ਮੈਂ ਅਮਿਤ ਸ਼ਾਹ ਨੂੰ ਮਿਲ ਕੇ ਆਇਆ ਔਰ 3 ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਕਹਿ ਕੇ ਆਇਆ, ਮੈਂ ਕਿਸਾਨਾਂ ਲਈ ਇਹ ਕਰ ਰਿਹਾ, ਔਰ ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਕਹਾਉਣ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੇ। ਉਹ ਮਸੀਹਾ ਜਿਹੜੇ ਨੇ ਨਹੀਂ ਬਣ ਸਕੇ ਔਰ ਕਿਸਾਨਾਂ ਪ੍ਰਤੀ ਉਹਨਾਂ ਦਾ ਜੋ ਰਵੱਈਆ ਰਿਹਾ ਹੈ, ਆਪਾਂ ਨੂੰ ਵੀ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਕਿਸਾਨਾਂ ਦੇ ਉੱਤੇ ਕਿਵੇਂ ਉਹਨਾਂ ਨੇ ਕੇਸ ਬਣਾਏ ਨੇ। ਸੋ ਚੰਨੀ ਸਾਹਿਬ ਨੇ ਵੱਡਾ ਫੈਸਲਾ ਲਿਆ ਹੈ, ਬਹੁਤ ਵਧੀਆ ਗੱਲ ਹੈ। ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਚੰਨੀ ਸਾਹਿਬ ਦਾ ਕੱਦ ਜਿਹੜਾ ਹੈਗਾ ਕਿਸਾਨੀ ਦੇ ਵਿੱਚ ਵਧੇਗਾ ਔਰ ਕੈਪਟਨ ਸਾਹਿਬ ਦਾ ਕੱਦ ਜਿਹੜਾ ਹੈਗਾ ਡਾਊਨ ਹੋਏਗਾ। ਭੱਗੂ ਸਾਹਿਬ ਜੀ ਬਿਲਕੁਲ ਡਾਕਟਰ ਸਾਹਿਬ ਜੀ, ਧੰਨਵਾਦ ਡਾਕਟਰ ਸਾਹਿਬ, ਤੁਸੀਂ ਕਾਂਗਰਸ ਦੇ ਮਸਲੇ ਤੇ ਬੜੀ ਖੁੱਲ ਕੇ ਵਿਚਾਰ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ।
ਦਰਸ਼ਕੋ, ਸਾਡੇ ਨਾਲ ਬਣੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ, ਜਿਨ੍ਹਾਂ ਨੇ ਪੰਜਾਬ ਦਾ ਜੋ ਸਿਆਸੀ ਮਸਲਾ, ਕਾਂਗਰਸ ਦਾ ਮਸਲਾ ਬਣਿਆ ਹੋਇਆ ਹੈ, ਇਸ ਮਸਲੇ ਤੇ ਵਿਚਾਰ ਚਰਚਾ ਕੀਤੀ ਕਿ ਰਣਦੀਪ ਸਿੰਘ ਸੁਰਜੇਵਾਲਾ ਦਾ ਇਹ ਕਹਿਣਾ ਕਿ 78 ਵਿਧਾਇਕ ਨੇ ਲਿਖ ਕੇ ਦਿੱਤਾ ਸੀ ਪੰਜਾਬ ਦਾ ਸੀਐਮ ਬਦਲੋ। ਇਸ ਤੇ ਅਸੀਂ ਖੁੱਲ ਕੇ ਗੱਲਬਾਤ ਕੀਤੀ ਕਿ ਇਹਨਾਂ ਦੇ ਵਿੱਚ ਉਹ ਵਿਧਾਇਕ ਵੀ ਸ਼ਾਮਲ ਨੇ ਜੋ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨੇ। ਤੁਸੀਂ ਸਾਰੀ ਗੱਲਬਾਤ ਦੇਖੀ, ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਛੱਡ ਕੇ ਤੁਸੀਂ ਸਾਨੂੰ ਆਪਣਾ ਸੁਝਾਅ ਦੇ ਸਕਦੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਾਣ ਚੈਨਲ ਪੰਜਾਬੀ ਤੇ। ਧੰਨਵਾਦ।